TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਤੇ ਚਰਚਾ ਕਰੀਏ। ਚੰਨੀ ਦੇ 2 ਹਲਕਿਆਂ ਤੋਂ ਚੋਣ ਲੜਨ ਨਾਲ ਛਿੜੀ ਨਵੀਂ ਚਰਚਾ। ਕਾਂਗਰਸੀ ਉਮੀਦਵਾਰਾਂ ਦੇ ਘਰਾਂ ਵਿੱਚ ਹੋਇਆ ਕਲੇਸ਼ ਸ਼ੁਰੂ। ਕਾਂਗਰਸ ਦੀ ਇੱਕ ਟਿਕਟ ਇੱਕ ਪਰਿਵਾਰ ਦੇ ਦਾਅਵਿਆਂ ਦੀ ਨਿਕਲੀ ਫੂਕ। ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਆਪੇ ਤੋਂ ਹੋਏ ਬਾਹਰ। ਰਵਨੀਤ ਬਿੱਟੂ ਦੇ ਮਾਮੇ ਸਮੇਤ ਕਾਂਗਰਸ ਦਾ ਵੱਡਾ ਧੜਾ ਹੋਇਆ ਬਾਗੀ। ਚੰਨੀ ਸਿੱਧੂ ਦੀ ਖਹਿਬਾਜ਼ੀ 'ਚ ਭਾਜਪਾ ਦਾ ਨਵਾਂ ਪੈਂਤੜਾ ਅਤੇ ਮਜੀਠੀਆ ਛੱਡਣਗੇ ਆਪਣਾ ਜੇਤੂ ਹਲਕਾ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਆਓ ਇਹਨਾਂ ਸਾਰੀਆਂ ਦੇ ਉੱਤੇ ਵਿਚਾਰ ਚਰਚਾ ਕਰੀਏ, ਪਰ ਉਹਦੇ ਤੋਂ ਪਹਿਲਾਂ ਕੁਝ ਕੁ ਜ਼ਰੂਰੀ ਬੇਨਤੀਆਂ ਨੇ। ਇੱਕ ਤਾਂ ਇਹ ਕਿ ਰੋਜ਼ਾਨਾ ਚੋਣ ਦੰਗਲ ਪ੍ਰੋਗਰਾਮ ਤੁਹਾਡੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਕਿਸੇ ਨਾ ਕਿਸੇ ਮੁਲਾਕਾਤ ਨੂੰ ਜਾਂ ਫਿਰ ਚੋਣ ਪ੍ਰਕਿਰਿਆ ਦੇ ਨਾਲ ਕੁਝ ਜੁੜੀਆਂ ਅਹਿਮ ਜਾਣਕਾਰੀਆਂ ਸ਼ਾਮਲ ਕੀਤੀਆਂ ਜਾਂਦੀਆਂ ਨੇ। ਕਿਰਪਾ ਕਰਕੇ ਜ਼ਰੂਰ ਦੇਖ ਲਿਆ ਕਰੋ। ਦੂਸਰੀ ਬੇਨਤੀ, ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੇ ਨਾਲ ਹੀ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਨੂੰ ਵਿਚਾਰੀਏ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਚੱਲਦੇ ਹਾਂ ਗਿੱਲ ਵਿਧਾਨ ਸਭਾ ਹਲਕਾ ਲੁਧਿਆਣਾ ਦੀ ਐਨ ਬੁੱਕਲ ਦੇ ਵਿੱਚ ਵਸਿਆ ਹੋਇਆ ਹੈ। ਉੱਥੋਂ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਦਾ ਭਰਾ ਬਾਗੀ ਹੋ ਗਿਆ। ਕੁਲਦੀਪ ਵੈਦ ਦੇ ਭਰਾ ਨੇ, ਉਹਨਾਂ ਦਾ ਨਾਮ ਹੈ ਸਰਬਜੀਤ ਵੈਦ, ਉਹਨਾਂ ਨੇ ਐਤਵਾਰ ਵਾਲੇ ਦਿਨ ਭਾਜਪਾ ਦੇ ਵਿੱਚ ਸ਼ਮੂਲੀਅਤ ਕਰ ਲਈ। ਪਹਿਲਾਂ ਉਹ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਹੁੰਦੇ ਸੀ। ਸਰਬਜੀਤ ਨੇ ਆਖਿਆ ਜਿਹੜੇ ਦੋਸ਼ ਲਾਏ ਨੇ, ਇੱਕ ਪਾਸੇ ਉਹ ਰਿਜ਼ਰਵ ਸੀਟ ਤੋਂ ਚੋਣ ਲੜ ਰਹੇ ਨੇ, ਭਾਵ ਪੰਜਾਬ ਦੇ ਵਿੱਚ ਵੀ ਇਸ ਵਕਤ ਜਾਤ ਪਾਤ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਅਸਲ ਦੇ ਵਿੱਚ ਲੋਕ ਇਹ ਸਭ ਕੁਝ ਭੁੱਲ ਸਕਦੇ ਆ, ਪਰ ਸਰਕਾਰਾਂ ਭੁੱਲਣ ਨਹੀਂ ਦੇਣਾ ਚਾਹੁੰਦੀਆਂ। ਅਸੀਂ ਕਿਸੇ ਸਕੂਲ 'ਚ ਦਾਖਲਾ ਲੈਣਾ, ਕਿਸੇ ਨੌਕਰੀ 'ਚ ਜਾਣਾ, ਸਭ ਤੋਂ ਪਹਿਲਾਂ ਪੁੱਛਣਗੇ ਤੁਹਾਡੀ ਜਾਤ ਕੀ ਹੈ। ਦੂਸਰੇ ਪਾਸੇ ਕਹਿਣਗੇ ਭਾਈ ਜਾਤੀ ਸੂਚਕ ਸ਼ਬਦ ਨਾ ਬੋਲੋ, ਉੱਥੇ ਸਾਡੇ ਤੋਂ ਲਿਖਾ ਕੇ ਲੈਂਦੇ ਆ। ਹੁਣ ਉਹ ਕਹਿੰਦੇ ਇੱਕ ਪਾਸੇ ਤਾਂ ਭਾਈ ਇਹ ਰਿਜ਼ਰਵ ਹਲਕੇ ਤੋਂ ਚੋਣ ਲੜ ਰਹੇ ਨੇ, ਪਰ ਦੂਸਰੇ ਪਾਸੇ ਉਹਨਾਂ ਨੇ ਕੁਝ ਜਿਹੜੇ ਦੋਸ਼ ਲਾਏ ਨੇ ਅਰ ਭਰਾ ਨਹੀਂ ਲਾਏ ਨੇ। ਸਰਬਜੀਤ ਕਹਿੰਦੇ ਕੁਲਦੀਪ ਸਿੰਘ ਤੇ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਲੱਗਦੇ ਨੇ, ਰੇਤ ਮਾਫੀਆ ਦੇ ਨਾਲ ਮਿਲੇ ਹੋਣ ਦੇ ਦੋਸ਼ ਲੱਗਦੇ ਨੇ, ਉਹ ਝੂਠੇ ਨਹੀਂ ਸਗੋਂ ਸੱਚੇ ਹੈ। ਉਹ ਕਹਿੰਦੇ ਕੁਲਦੀਪ ਨੂੰ ਹੁਣ ਐਸੀ ਭਾਈਚਾਰੇ ਤੋਂ ਬਦਬੂ ਆਉਂਦੀ ਹੈ। ਦਰਅਸਲ ਜਿਸ ਵਕਤ ਤੋਂ ਐਤਵਾਰ ਵਾਲੇ ਦਿਨ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਦੀ ਹਾਜ਼ਰੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਸੀ, ਆਹ ਦਾਅਵੇ ਉਹਨਾਂ ਨੇ ਉਸ ਵਕਤ ਕੀਤੇ ਨੇ। ਉਹ ਕਹਿੰਦੇ ਕੁਲਦੀਪ ਨੂੰ ਵਿਧਾਇਕ ਬਣਾਉਣ ਦੇ ਵਿੱਚ ਸਾਡੀ ਵੱਡੀ ਭੂਮਿਕਾ ਰਹੀ ਹੈ। ਹੁਣ ਕਹਿੰਦੇ ਭਰਾ ਨੂੰ, ਸਾਡੇ ਨੂੰ ਭਾਵ ਕੁਲਦੀਪ ਨੂੰ ਐਸੀ ਵਰਗੀ ਪਸੰਦ ਨਹੀਂ, ਹੁਣ ਉਹਨੂੰ ਗਰੀਬ ਨਹੀਂ ਵੱਡੀਆਂ ਕਾਰਾਂ ਵਾਲੇ ਲੋਕ ਪਸੰਦ ਨੇ। ਭਰਾ ਰੇਤੇ ਦਾ ਨਜਾਇਜ਼ ਕਾਰੋਬਾਰ ਵੀ ਕਰਦਾ ਹੈ। ਹੁਣ ਤੁਸੀਂ ਦੇਖੋ ਕਿ ਇਹ ਕਾਂਗਰਸ ਤੇ ਕਾਟੋ ਕਲੇਸ਼ ਦੀਆਂ ਸਿਖਰ ਦੀਆਂ ਖਬਰਾਂ ਨੇ ਕਿ ਆਪੋ ਆਪਣੇ ਭਰਾ ਨਹੀਂ ਮਨਾਏ ਜਾ ਰਹੇ। ਇੱਧਰ ਕੁਲਦੀਪ ਵੈਦ ਵਿਧਾਇਕ ਨੇ, ਉਧਰ ਚਰਨਜੀਤ ਸਿੰਘ ਚੰਨੀ ਦਾ ਭਰਾ ਵੀ ਰੁੱਸਿਆ ਹੋਇਆ ਬਸੀ ਪਠਾਣਾ ਤੋਂ, ਉਹਨੇ ਵੀ ਆਜ਼ਾਦ ਪੇਪਰ ਭਰੇ ਨੇ। ਹੁਣ ਇੱਕ ਟਿਕਟ ਕਹਿੰਦੇ ਸੀ ਇੱਕ ਪਰਿਵਾਰ, ਜਿਸ ਤੇ ਕਰਕੇ ਚੰਨੀ ਦਾ ਭਰਾ ਵੀ ਰੁੱਸਿਆ। ਪਰ ਕੀ ਸੱਚਮੁੱਚ ਭਾਈ ਭਤੀਜਾਵਾਦ ਨਹੀਂ ਪਾਲਿਆ ਗਿਆ? ਕਿਉਂਕਿ ਹੁਣ ਤੱਕ ਆਪਾਂ ਦੇਖ ਰਹੇ ਸੀ ਕਿ ਕਾਂਗਰਸ ਦੀਆਂ ਸਾਰੇ ਉਮੀਦਵਾਰਾਂ ਦੇ ਨਾਮ ਜਾਂ ਸੂਚੀਆਂ ਬਾਹਰ ਨਹੀਂ ਆਈਆਂ। ਇੱਕ ਇੱਕ ਕਰਕੇ 3 ਵਾਰ ਕਾਂਗਰਸ ਨੇ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕੀਤਾ ਤੇ 117 ਦੇ 117 ਉਮੀਦਵਾਰਾਂ ਦਾ ਹੁਣ ਐਲਾਨ ਹੋ ਚੁੱਕਿਆ ਹੈ। ਕਾਂਗਰਸ ਕਹਿੰਦੀ ਸੀ, ਸੱਤਾਧਾਰੀ ਧਿਰ ਕਹਿੰਦੀ ਸੀ ਕਿ ਟਿਕਟਾਂ ਵੰਡਾਂਗੇ, ਭਾਈ ਭਤੀਜੇਵਾਦ ਨਾਲ ਬਿਲਕੁਲ ਨਹੀਂ ਚੱਲਿਆ ਜਾਏਗਾ। ਪਰ ਜੇਕਰ ਸਾਰੀ ਸੂਚੀ ਤੇ ਨਜ਼ਰ ਮਾਰਦੇ ਆ ਤਾਂ ਕਾਂਗਰਸ ਇਸ ਭਾਈ ਭਤੀਜਾਵਾਦ ਤੋਂ, ਕੁਨਬਾ ਪ੍ਰਸਤੀ ਤੋਂ ਆਪਣੇ ਆਪ ਨੂੰ ਬਚਾ ਕੇ ਨਹੀਂ ਰੱਖ ਸਕੀ। ਟਿਕਟਾਂ ਦੀ ਵੰਡ ਵੇਲੇ ਕੁਝ ਵੱਡੇ ਆਗੂ ਨੇ, ਭਾਵੇਂ ਉਹ ਆਪ ਚੋਣ ਨਹੀਂ ਲੜ ਰਹੇ, ਪਰ ਆਪਣੇ ਪਰਿਵਾਰਕ ਜੀਆਂ ਨੂੰ ਟਿਕਟਾਂ ਦਿਵਾਉਣ ਵਿੱਚ ਕਾਮਯਾਬ ਹੋ ਗਏ ਹੈ। ਕੁਝ ਇੱਕ ਨੇ ਆਪਣੇ ਰਿਸ਼ਤੇਦਾਰਾਂ ਨੂੰ ਟਿਕਟਾਂ, ਆਪਣੇ ਪੁੱਤਰਾਂ ਧੀਆਂ ਨੂੰ ਟਿਕਟਾਂ ਦਵਾਈਆਂ ਨੇ। ਹੁਣ ਕਈ ਘਰਾਂ ਦੇ ਵਿੱਚ, ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ, ਕਲੇਸ਼ ਵੀ ਹੈ ਕਿ ਸਾਨੂੰ ਟਿਕਟ ਨਹੀਂ ਮਿਲੀ। ਜਸਵੀਰ ਡਿੰਪਾ ਰੁੱਸਿਆ ਹੋਇਆ ਹੈ, ਇੱਧਰ ਚੰਨੀ ਸਾਹਿਬ ਰੁੱਸੇ ਹੋਏ ਨੇ, ਤੇ ਕਈ ਹੋਰ ਵੀ ਰੁੱਸੇ ਹੋਏ ਨੇ। ਪਾਟੋ ਧਾਲ ਦੀਆਂ ਖਬਰਾਂ ਵੀ ਨੇ, ਜਗਮੋਹਨ ਕੰਗ ਰੁੱਸੇ ਹੋਏ ਨੇ, ਬਹੁਤ ਸਾਰੇ ਨੇ, ਮਹਿੰਦਰ KP ਰੁੱਸੇ ਹੋਏ ਨੇ। ਕਈ ਸੀਟਾਂ ਤੇ ਬਗਾਵਤ ਵੀ, ਘੱਟੋ ਘੱਟ 15 ਤੋਂ 18 ਸੀਟਾਂ ਨੇ ਜਿੱਥੇ ਬਗਾਵਤ ਹੈ। ਮਾਨਸਾ ਜ਼ਿਲ੍ਹੇ ਵਾਲੇ ਪਾਸੇ ਸ਼ੁਰੂ ਕਰ ਲੈਂਦੇ ਆ।
ਤਿੰਨ ਦੇ ਵਿੱਚੋਂ ਦੋ ਵਿਧਾਨ ਸਭਾ ਹਲਕਿਆਂ ਦੇ ਉੱਤੇ ਜੇਕਰ ਨਜ਼ਰ ਮਾਰਦੇ ਹਾਂ ਤਾਂ ਕਾਂਗਰਸ ਦੇ ਆਗੂ ਆਪਣੇ ਨਜ਼ਦੀਕੀਆਂ ਨੂੰ ਟਿਕਟਾਂ ਦਿਵਾਉਣ ਵਿੱਚ ਸਫਲ ਹੋਏ। ਸਰਦੂਲਗੜ੍ਹ ਹਲਕੇ ਤੋਂ ਅਜੀਤ ਇੰਦਰ ਸਿੰਘ ਮੋਹਫਰ ਦੀ ਥਾਂ ਤੇ ਉਹਨਾਂ ਦਾ ਪੁੱਤਰ ਬਿਕਰਮ ਸਿੰਘ ਮੋਹਫਰ ਚੋਣ ਮੈਦਾਨ 'ਚ ਹੈ, ਜੋ ਕਾਂਗਰਸ ਦੇ ਸੰਸਦ ਮੈਂਬਰ ਆ ਰਵਨੀਤ ਬਿੱਟੂ ਦਾ ਜੀਜਾ ਵੀ ਹੈ। ਉਹ ਪਹਿਲੀ ਵਾਰ ਵਿਧਾਨ ਸਭਾ ਹਲਕੇ ਤੋਂ ਇਹਦੇ ਤੋਂ ਚੋਣਾਂ ਲੜ ਰਿਹਾ ਵਿਧਾਨ ਸਭਾ ਦੀਆਂ। ਇਸੇ ਤਰ੍ਹਾਂ ਹਲਕਾ ਬੁਢਲਾਡਾ, ਜਿਹਨੂੰ ਕਈ ਲੋਕ ਬੁਢਲਾਡਾ ਕਹਿ ਦਿੰਦੇ ਆ, ਹਲਕਾ ਬੁਢਲਾਡਾ ਤੋਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਨੇ ਡਾਕਟਰ ਰਣਵੀਰ ਕੌਰ ਮੀਆਂ, ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮਰਹੂਮ ਹਾਕਮ ਸਿੰਘ ਮੀਆਂ ਦੀ ਉਹ ਪੋਤ ਨੂੰ ਹੈ। ਦੱਸਣਾ ਬਣਦਾ ਕਿ ਮਰਹੂਮ ਹਾਕਮ ਸਿੰਘ ਮੀਆਂ ਆਪਣੇ ਵੇਲੇ ਇੰਦਰਾ ਗਾਂਧੀ ਅਤੇ ਬਾਅਦ ਦੇ ਵਿੱਚ ਰਾਜੀਵ ਗਾਂਧੀ ਦੇ ਕਾਫੀ ਨਜ਼ਦੀਕੀ ਹੁੰਦੇ ਸੀ। ਜੇ ਪੰਜਾਬ ਦੀ ਇੱਕ ਦੋ ਸੀਟਾਂ ਨਹੀਂ, 18 ਸੀਟਾਂ ਇਸ ਤਰ੍ਹਾਂ ਦੀਆਂ ਤਕਰੀਬਨ, ਜਿੱਥੇ ਕਾਂਗਰਸ ਪਾਰਟੀ ਦੇ ਆਗੂ, ਉਹਨਾਂ ਦਾ ਕੋਈ ਨਾ ਕੋਈ ਪਰਿਵਾਰਕ ਜੀ, ਉਹਨਾਂ ਦੇ ਪੁੱਤਰ ਭਤੀਜੇ ਟਿਕਟਾਂ ਲੈਣ ਵਿੱਚ ਸਫਲ ਹੋਏ ਨੇ। ਇਹਨਾਂ ਵਿੱਚੋਂ 10 ਹਲਕੇ ਇਕੱਲੇ ਮਾਲਵਾ ਖੇਤਰ ਚੋਂ ਨੇ। ਪੰਜਾਬ ਦੇ 3 ਤੋਂ ਵੱਧ ਕਾਂਗਰਸੀ ਆਗੂ ਆਪਣੇ ਬੱਚਿਆਂ ਨੂੰ ਵੀ ਟਿਕਟਾਂ ਦਵਾ ਗਏ ਹੈ, ਪਰ ਕੁਝ ਆਪਣੇ ਰਿਸ਼ਤੇਦਾਰਾਂ ਨੂੰ ਟਿਕਟਾਂ ਨਹੀਂ ਦਵਾ ਸਕੇ। ਉਹਨਾਂ ਦੀ ਘਰ ਦੇ ਵਿੱਚ ਕਿਰਕਰੀ ਹੋ ਰਹੀ ਹੈ ਤੇ ਕਲੇਸ਼ ਪਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਆਪਣੇ ਜਵਾਈ ਬਿਕਰਮ ਬਾਜਵਾ ਨੂੰ ਸਾਹਨੇਵਾਲ ਤੋਂ ਟਿਕਟ ਦਵਾ ਕੇ ਤੇ ਸਤਵਿੰਦਰ ਬਿੱਟੀ ਰੁੱਸ ਗਈ। ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਅਬੋਹਰ ਤੋਂ ਆਪਣੇ ਭਤੀਜੇ ਸੰਦੀਪ ਜਾਖੜ ਨੂੰ ਟਿਕਟ ਦਵਾ ਗਿਆ। ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਟਿਕਟ ਦੇ ਦਿੱਤੀ ਗਈ ਹੈ। ਨਵਜੋਤ ਸਿੰਘ ਸਿੱਧੂ ਇੱਕ ਟਿਕਟ ਇੱਕ ਪਰਿਵਾਰ ਦੀਆਂ ਗੱਲਾਂ ਕਰਦੇ ਸੀ, ਆਪਣੇ ਭਤੀਜੇ ਸੁਮਿਤ ਨੂੰ ਅਮਰਗੜ੍ਹ ਤੋਂ ਟਿਕਟ ਦਵਾ ਗਏ ਹੈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਆਪਣੇ ਪੁੱਤਰ ਮੋਹਿਤ ਮਹਿੰਦਰਾ ਨੂੰ ਪਟਿਆਲਾ ਦਿਹਾਤੀ ਤੋਂ ਟਿਕਟ ਦਵਾ ਗਿਆ। ਇਸੇ ਤਰ੍ਹਾਂ ਸੁਰਜੀਤ ਸਿੰਘ ਧੀਮਾਨ, ਉਹ ਵੀ ਆਪਣੇ ਪਰਿਵਾਰ ਦੇ ਵਿੱਚ ਜਸਵਿੰਦਰ ਸਿੰਘ ਨੂੰ ਸੁਨਾਮ ਤੋਂ ਟਿਕਟ ਦਵਾ ਗਿਆ। ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਆਪਣੇ ਪੁੱਤਰ ਰਾਜਿੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਦਵਾ ਗਿਆ। ਗੁਰਨਾਮ ਸਿੰਘ ਅਬੁਲ ਖੁਰਾਣਾ ਆਪਣੇ ਪੁੱਤਰ ਜਗਪਾਲ ਸਿੰਘ ਨੂੰ ਲੰਬੀ ਤੋਂ ਟਿਕਟ ਦਵਾ ਗਿਆ। ਚੌਧਰੀ ਚਰਨ ਸਿੰਘ ਆਪਣੇ ਪੁੱਤਰ ਵਿਕਰਮ ਚੌਧਰੀ ਨੂੰ ਫਲੌਰ ਤੋਂ ਟਿਕਟ ਦਵਾ ਗਿਆ। ਸੰਸਦ ਮੈਂਬਰ ਅਮਰ ਸਿੰਘ ਆਪਣੇ ਪੁੱਤਰ ਕਾਮਿਲ ਅਮਰ ਸਿੰਘ ਨੂੰ ਰਾਏਕੋਟ ਤੋਂ ਟਿਕਟ ਦਵਾ ਗਿਆ। ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਆਪਣੇ ਪੁੱਤਰ ਮਨੀਸ਼ ਬਾਂਸਲ ਨੂੰ ਬਰਨਾਲਾ ਤੋਂ ਟਿਕਟ ਦਿਵਾਉਣ ਵਿੱਚ ਕਾਮਯਾਬ ਹੋ ਗਿਆ। ਮਰਹੂਮ ਕਰਮ ਸਿੰਘ ਗਿੱਲ ਦੇ ਪੁੱਤਰ ਨੂੰ ਕਾਂਗਰਸ ਨੇ ਸਮਰਾਲਾ ਤੋਂ ਉਮੀਦਵਾਰ ਬਣਾਇਆ ਤੇ ਉੱਥੇ ਅਮਰੀਕ ਸਿੰਘ ਢਿੱਲੋਂ ਰੁੱਸ ਗਏ। ਦੂਸਰੇ ਪਾਸੇ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਚੰਨੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਆਪਣੇ ਭਰਾ ਨੂੰ ਟਿਕਟ ਨਹੀਂ ਦਿਵਾ ਸਕੇ। ਉਹ ਆਜ਼ਾਦ ਪੇਪਰ ਭਰ ਚੁੱਕੇ ਹੈ। ਬਹੁਤ ਸਾਰੀਆਂ ਥਾਵਾਂ ਤੇ ਕਲੇਸ਼ ਹੈ, ਪਰ ਆ ਮੈਂ ਸੰਖੇਪ ਦੇ ਵਿੱਚ ਹੀ ਪੰਛੀ ਝਾਤ ਮਾਰ ਦਿੱਤੀ ਹੈ ਕਿ ਕਿਵੇਂ ਕਹੂਗੀ ਕਾਂਗਰਸ ਕਿ ਅਸੀਂ ਭਾਈ ਭਤੀਜਾਵਾਦ ਨਹੀਂ ਪਾਲਿਆ। ਉਧਰ ਰਾਣਾ ਗੁਰਜੀਤ ਰੁੱਸਿਆ ਫਿਰਦਾ, ਉਹ ਆਪਣੇ ਪੁੱਤਰ ਲਈ ਟਿਕਟ ਮੰਗਦਾ ਸੀ। ਉਧਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਰੁੱਸਿਆ ਫਿਰਦਾ, ਆਪਣੇ ਪੁੱਤਰ ਲਈ ਟਿਕਟ ਮੰਗਦਾ ਸੀ। ਕਿਤੇ ਕਲੇਸ਼ ਦੀਆਂ ਖਬਰਾਂ ਨੇ, ਕਿਤੇ ਭਾਈ ਭਤੀਜਾਵਾਦ ਪਾਲ ਵੀ ਦਿੱਤਾ ਗਿਆ। ਹੁਣ ਇਸ ਗੱਲ ਨੂੰ ਪੰਜਾਬ ਦੇ ਲੋਕਾਂ ਨੇ ਵੇਖਣਾ ਹੈ ਕਿ ਜੱਦੀ ਪੁਸ਼ਤੀ ਰਵਾਇਤੀ ਕੰਮ ਤੁਰਿਆ ਰਹਿਣ ਦੇਣਾ, ਇਹ ਲਕੀਰ ਅੱਗੇ ਵਧਣ ਦੇਣੀ ਹੈ। ਫਿਰ ਤੁਹਾਡੇ ਪੁੱਤਰ ਧੀਆਂ ਕਦੋਂ ਕਿਸੇ ਕੁਰਸੀ ਤੇ ਬੈਠਣਗੇ? ਕੀ ਐਮਐਲਏ ਐਮਪੀ ਆਮ ਬੰਦਾ ਨਹੀਂ ਬਣ ਸਕਦਾ? ਕੀ ਐਮਐਲਏ ਐਮਪੀ ਜੇਕਰ ਇੱਕ ਬਣ ਗਿਆ ਉਹਦੇ ਘਰ ਦੇ ਵਿੱਚ ਹੀ ਚੱਲਿਆ ਜਾਵੇ ਰਾਜਾ ਮਹਾਰਾਜਾ? ਇਹ ਲੰਬੜਦਾਰੀ ਹੈ। ਇਹ ਗੱਲਾਂ ਦਾ ਉਚੇਚੇ ਤੌਰ ਤੇ ਖਿਆਲ ਰੱਖਣਾ, ਸਾਡਾ ਕੰਮ ਹੋਕਾ ਦੇਣਾ ਹੈ। ਅਗਲੀ ਖਬਰ ਹੈ ਕਾਕਾ ਰਣਦੀਪ ਸਿੰਘ ਨਾਭਾ, ਹਲਕਾ ਅਮਲੋਹ ਤੋਂ ਵਿਧਾਇਕ ਸੀ ਤੇ ਹੁਣ ਫੇਰ ਟਿਕਟ ਲੜ ਰਹੇ ਨੇ, ਚੋਣ ਲੜ ਰਹੇ ਨੇ। ਤੇ ਨਾਲ ਹੀ ਉਹ ਇਸ ਵਕਤ ਚੰਨੀ ਕੈਬਨਿਟ ਦੇ ਵਿੱਚ ਖੇਤੀਬਾੜੀ ਮੰਤਰੀ ਵੀ ਸੀ। ਹੁਣ ਲੀਡਰਾਂ ਨੂੰ ਖੁਸ਼ਾਮਦ ਕਰਾਉਣੀ ਚੰਗੀ ਲੱਗਦੀ ਹੈ, ਸਵਾਲ ਸੁਣਨੇ ਚੰਗੇ ਨਹੀਂ ਲੱਗਦੇ। ਲਗਾਤਾਰ ਬੀਤੇ 2 ਦਿਨ ਤੋਂ ਹਲਕਾ ਅਮਲੋਹ ਤੋਂ ਖਬਰਾਂ ਮਿਲ ਰਹੀਆਂ ਨੇ ਕਿ ਕਾਕਾ ਰਣਦੀਪ ਸਿੰਘ ਨਾਭਾ ਦਾ ਆਪਣੇ ਹਲਕੇ ਵਿੱਚ ਲਗਾਤਾਰ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਤੇ ਵਿਰੋਧ ਨੂੰ ਸੁਣ ਕੇ ਆਪੇ ਤੋਂ ਬਾਹਰ ਵੀ ਹੋਏ ਨੇ ਮੰਤਰੀ ਜੀ। ਅਸਲ ਦੇ ਵਿੱਚ ਕੋਟਲਾ ਡਡਹੇੜੀ ਦੇ ਵਿੱਚ ਉਹ ਕੁਝ ਕੁ ਲੋਕਾਂ ਨੂੰ ਸੰਬੋਧਨ ਹੋ ਰਹੇ ਸੀ। ਇੱਕ ਮਹਿਲਾ ਉੱਠਦੀ ਹੈ, ਉਹ ਕਹਿੰਦੀ ਆਪਣੇ 5 ਸਾਲ ਦੇ ਕੀਤੇ ਕੰਮ ਹੀ ਗਣਾ ਦਿਓ, ਦੱਸੋ ਰੁਜ਼ਗਾਰ ਲੋਕਾਂ ਨੂੰ ਮਿਲਿਆ ਕਿ ਨਹੀਂ, ਕਿਉਂਕਿ ਤੁਸੀਂ ਕਿਹਾ ਸੀ ਘਰ ਘਰ ਰੁਜ਼ਗਾਰ ਦੇਣਾ ਹੈ, ਦੱਸੋ। ਇਹ ਸਵਾਲ ਭਾਈ ਮੰਤਰੀ ਸਾਹਿਬ ਨੂੰ ਚੰਗੇ ਨਹੀਂ ਲੱਗੇ। ਜਦੋਂ ਵਿਰੋਧ ਹੁੰਦਾ ਦੇਖਿਆ ਤੇ ਆਪੇ ਤੋਂ ਬਾਹਰ ਹੋ ਗਏ। ਕਾਕਾ ਜੀ ਇੱਥੋਂ ਤੱਕ ਆ ਗਏ ਕਿ ਜੇਕਰ ਬੱਚੇ ਪੜ੍ਹੇ ਲਿਖੇ ਹੁਣ ਜਾਓ ਬਾਹਰ ਜਾ ਕੇ ਰੁਜ਼ਗਾਰ ਲੱਭ ਲੈਣ, ਅਸੀਂ ਨੌਕਰੀ ਦੇਣੀ ਹੈ। ਠੀਕ ਗੱਲ ਉਹਨਾਂ ਨੇ ਕੀਤੀ ਹੈ, ਨੌਕਰੀ ਤੁਸੀਂ ਥੋੜੀ ਦੇਣੀ ਹੈ। ਨੌਕਰੀ ਤਾਂ ਸਰਕਾਰ ਆਪਣੇ ਕੁਝ ਕੋਨਾ ਬੰਦਿਆਂ ਨੂੰ ਦਿੰਦੀ ਹੈ ਜਿਹਨਾਂ ਤੋਂ ਤਰਸ ਆਉਂਦਾ। ਜਿਹੜੇ 2 ਵਕਤ ਦੀ ਰੋਟੀ ਮਸਾਂ ਕਮਾਉਂਦੇ ਪਕਾਉਂਦੇ ਤੇ ਖਾਂਦੇ ਆ, ਉਹਨਾਂ ਤੇ ਤਰਸ ਕਿਉਂ ਆਵੇ ਬਈ? ਤੁਹਾਡੇ ਤੇ ਤਰਸ ਖਾਣ ਤੇ ਤੁਹਾਨੂੰ ਦੁਬਾਰਾ ਇੱਕ ਵਾਰੀ ਫੇਰ ਇਹ ਵਿਧਾਇਕ ਬਣਾਉਣ ਤੇ ਫਿਰ ਤੁਸੀਂ ਮੰਤਰੀ ਬਣ ਜਾਓ। ਅਸਲ ਦੇ ਵਿੱਚ
ਗੋਬਿੰਦਗੜ੍ਹ ਦੇ ਵਿੱਚ ਵੀ ਕੱਲ ਖਬਰ ਮਿਲੀ ਸੀ ਕਿ ਫਿਰ ਉਹਨਾਂ ਦਾ ਜ਼ਬਰਦਸਤ ਵਿਰੋਧ ਹੋਇਆ। ਕਾਲੀਆਂ ਝੰਡੀਆਂ ਦਿਖਾਈਆਂ ਨੇ, ਮੁਰਦਾਬਾਦ ਮੁਰਦਾਬਾਦ ਦੇ ਨਾਅਰੇ ਲੱਗੇ ਨੇ। ਕਾਕਾ ਰਣਦੀਪ ਸਿੰਘ ਨਾਭਾ ਨੂੰ ਟਿਕਟ ਦਿੱਤੇ ਜਾਣ ਦਾ ਹਲਕਾ ਅਮਲੋਹ ਦੇ ਵਿੱਚ ਵੱਡੇ ਪੱਧਰ ਤੇ ਕਾਂਗਰਸ ਤੇ ਕੁਝ ਟਕਸਾਲੀ ਆਗੂ, ਕੁਝ ਪੁਰਾਣੇ ਕਾਂਗਰਸੀ ਪਰਿਵਾਰ ਵਿਰੋਧ ਵੀ ਕਰ ਰਹੇ ਸੀ। ਜਦੋਂ ਉਹਨਾਂ ਦੀ ਸੁਣੀ ਨਹੀਂ, ਸ਼ਿੰਗਾਰਾ ਸਿੰਘ ਸਲਾਣਾ ਤੇ ਹੋਰ ਬਹੁਤ ਸਾਰੇ ਆਗੂ ਸੀ, ਜਿਹੜੇ ਬਲਾਕ ਦੇ ਪ੍ਰਧਾਨ ਵੀ ਸਨ ਤੇ ਕੁਝ ਸਾਬਕਾ ਪ੍ਰਧਾਨ ਸਨ, ਉਹ ਕਾਂਗਰਸ ਪਾਰਟੀ ਨੂੰ ਵਿਦਾਵਾ ਲੈ ਗਏ ਹੈ, ਛੱਡ ਗਏ ਹੈ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ। ਕਾਕਾ ਰਣਦੀਪ ਸਿੰਘ ਨਾਭਾ ਇੱਥੇ ਹੀ ਚੁੱਪ ਨਹੀਂ ਕੀਤੇ। ਮਹਿਲਾ ਨੇ ਜਦੋਂ ਸਵਾਲ ਕੀਤੇ ਤਾਂ ਖੁੱਲ ਕੇ ਮਾਈਕ ਦੇ ਵਿੱਚ ਬੋਲਣ ਲੱਗ ਗਏ। ਕਹਿੰਦੇ ਚੱਲ ਐਂ ਕਰ, ਤੂੰ ਮੈਂ ਚੋਣ ਨਹੀਂ ਲੜਦਾ, ਤੂੰ ਨੌਕਰੀ ਛੱਡ ਦੇ। ਕਹਿੰਦੇ ਮੈਂ ਲੋਕਾਂ ਸਾਹਮਣੇ ਕਹਿ ਰਿਹਾ ਇਹ। ਉਹ ਇੱਥੋਂ ਤੱਕ ਕਹਿੰਦੇ ਗੋਬਿੰਦਗੜ੍ਹ ਦੇ ਵਿੱਚ ਘੱਟ ਤੋਂ ਘੱਟ 45,000 ਦੇ ਮੁਕਾਬਲੇ ਹੁਣ 92,000 ਪ੍ਰਵਾਸੀ ਲੇਬਰ ਕੰਮ ਕਰਦੀ ਹੈ। ਮਹਿਲਾ ਨੇ ਫਿਰ ਪੁੱਛ ਲਿਆ ਕਿ 92,000 ਪ੍ਰਵਾਸੀ ਲੇਬਰ ਕੰਮ ਕਰਦੀ ਹੈ, ਇਹ ਦੱਸੋਗੇ ਪੰਜਾਬੀਆਂ ਨੂੰ ਕਿਹੜੀ ਨੌਕਰੀ ਮਿਲੀ ਹੈ? ਮੈਂ ਪੰਜਾਬੀਆਂ ਦੀ ਗੱਲ ਕਰ ਰਹੀ ਹਾਂ, ਮੈਂ ਪ੍ਰਵਾਸੀਆਂ ਦੀ ਨਹੀਂ ਕਰ ਰਹੀ। ਇੰਨੀ ਕੁ ਗੱਲ ਹੋਰ ਨਹੀਂ ਸੁਣ ਸਕੇ। ਮੰਤਰੀ ਸਾਹਿਬ ਭੜਕ ਉੱਠੇ, ਕਹਿੰਦੇ ਜਾ ਕੇ ਮੈਂ ਨੌਕਰੀ ਦੇਣੀ ਹੈ, ਬੱਚੇ ਪੜ੍ਹੇ ਲਿਖੇ ਹੁਣ ਜਾ ਕੇ ਰੁਜ਼ਗਾਰ ਲੱਭ ਲੈਣ। ਬੱਚੇ ਕਹਿੰਦੀ, ਮਹਿਲਾ ਕਹਿੰਦੀ ਵਿਦੇਸ਼ਾਂ 'ਚ ਜਾ ਰਹੇ ਨੇ, ਸਰਕਾਰ ਦੀਆਂ ਨਲਾਇਕੀਆਂ ਕਰਕੇ ਜਾ ਰਹੇ ਨੇ। ਮੰਤਰੀ ਸਾਹਿਬ ਨੇ ਸੋਚਿਆ ਕਿ ਹੁਣ ਇਹ ਬੀਬੀ ਤਾਂ ਕਾਬੂ ਨਹੀਂ ਆਉਣੀ, ਜਿਹੜੇ ਲੋਕ ਸਾਹਮਣੇ ਬੈਠੇ ਉਹਨਾਂ ਨੂੰ ਪੁੱਛ ਲੈਂਦੇ ਆ। ਕਹਿੰਦੇ ਦੱਸੋ ਬਈ ਤੁਹਾਡੇ ਬਿਜਲੀ ਦੇ ਬਿੱਲ ਮੁਆਫ ਹੋਏ ਕਿ ਨਾ ਹੋਏ? ਦੱਸੋ ਬਈ ਬਿਜਲੀ 3 ਰੁਪਏ ਸਸਤੀ ਕੀਤੀ ਕਿ ਨਹੀਂ ਕੀਤੀ? ਮਹਿਲਾ ਨੂੰ ਵੀ ਪੁੱਛਣ ਲੱਗੇ ਕਿ ਤੂੰ ਵੀ ਦੱਸ ਤੇਰਾ ਬਿੱਲ ਘਟਿਆ ਕਿ ਨਹੀਂ? ਭੀੜ ਨੂੰ ਵੀ ਸਵਾਲ ਕਰ ਲਿਆ ਕਿ ਦੱਸੋ ਗਰੀਬ ਲੋਕਾਂ ਨੂੰ ਮਕਾਨ ਮਿਲੇ ਕਿ ਨਹੀਂ? ਲੋਕਾਂ ਤੇ ਕੁਝ ਨਹੀਂ ਮਿਲਿਆ, ਇੱਕ ਵਾਰੀ ਘਟ ਕੇ ਆਏ ਸੀ ਫੇਰ ਵੱਧ ਕੇ ਆ ਗਏ। ਹੁਣ ਇਹ ਪਹਿਲੀ ਵਾਰੀ ਨਹੀਂ ਕਿ ਕਿਸੇ ਕਾਂਗਰਸ ਆਗੂ ਦਾ ਵਿਰੋਧ ਕੀਤਾ ਗਿਆ ਹੋਵੇ। ਦਵਿੰਦਰ ਘੁਬਾਇਆ ਦਾ ਪਹਿਲਾਂ ਵੀ ਵਿਰੋਧ ਹੁੰਦਾ ਰਿਹਾ, ਟਿਕਟ ਮਿਲਣ ਤੋਂ ਬਾਅਦ ਵੀ ਵਿਰੋਧ ਹੋਇਆ। ਬੀਤੇ ਦਿਨੀ ਸ਼ੇਰ ਸਿੰਘ ਘੁਬਾਇਆ ਦਾ ਵਿਰੋਧ ਵੀ ਹੋਇਆ ਸੀ ਉਹਨਾਂ ਦੇ ਪਿਤਾ ਜੀ ਨੇ। ਜੋਗਿੰਦਰਪਾਲ ਜੋ ਭੋਆ ਤੋਂ ਇਸ ਵਕਤ ਫਿਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ। ਵਿਕਾਸ ਦਾ ਮੁੱਦਾ ਜਿਹਨੂੰ ਕਹਿੰਦੀ ਹੈ ਕਾਂਗਰਸ ਪਾਰਟੀ ਬਥੇਰਾ ਕੀਤਾ ਹੈ, ਐਸੇ ਹੀ ਮੁੱਦੇ ਤੇ ਇੱਕ 16 ਕੁ ਵਰ੍ਹਿਆਂ ਦੇ ਨੌਜਵਾਨ ਨੇ ਸਵਾਲ ਪੁੱਛ ਲਿਆ ਸੀ। ਜੋਗਿੰਦਰਪਾਲ ਉਹਦੇ ਤੇ ਭੜਕ ਉੱਠੇ ਸੀ, ਥੱਪੜ ਜੜ ਦਿੱਤਾ ਸੀ, ਗਾਲੀ ਗਲੋਚ ਕੀਤਾ ਸੀ। ਇੰਨਾ ਹੀ ਨਹੀਂ, ਉਹਦੇ ਗਨਮੈਨਾਂ ਨੇ ਤੇ ਕੁਝ ਸਮਰਥਕਾਂ ਨੇ ਵੀ, ਉਹ ਅਨੁਸੂਚਿਤ ਜਾਤੀ ਭਾਈਚਾਰੇ ਦਾ ਜਵਾਕ ਸੀ, ਉਹਦੀ ਥੱਪੜ ਪਰੇਡ ਤੇ ਕੁੱਟ-ਕੁਟਾਪਾ ਕੀਤਾ ਸੀ। ਕਹਿੰਦੇ ਸੀ ਰਿਪੋਰਟ ਕਾਰਡ ਦੇਖ ਟਿਕਟਾਂ ਦੇਣੀਆਂ ਨੇ। ਦੱਸਣ ਤਾਂ ਸਹੀ ਕਿਹੜੇ ਮਾਪਦੰਡ ਅਪਣਾਏ ਨੇ। ਜੇ ਆਪਣੇ ਹਲਕੇ ਦੇ ਵਿੱਚ ਕਿਸੇ ਉਮੀਦਵਾਰ ਦਾ ਵਿਰੋਧ ਹੈ, ਲੋਕ ਕਹਿੰਦੇ ਇਹਨੂੰ ਟਿਕਟ ਨਾ ਦਿਓ, ਤੇ ਤੁਸੀਂ ਕਿੱਥੋਂ ਰਿਪੋਰਟ ਕਾਰਡ ਲੈਣਾ ਸੀ? ਉਹ ਮੰਗਲ ਗ੍ਰਹਿ ਤੋਂ, ਕੈਨੇਡਾ ਚੋਂ, ਆਸਟ੍ਰੇਲੀਆ ਚੋਂ, ਅਮਰੀਕਾ ਚੋਂ, ਜਿਹੜੇ ਹਲਕੇ ਤੋਂ ਜਿਹਨੂੰ ਚੋਣ ਲੜਾਈ ਜਾ ਰਹੀ ਆ, ਉੱਥੇ ਰਿਪੋਰਟ ਕਾਰਡ ਉਹਦਾ ਆ ਬੋਲੀ ਜਾਂਦਾ ਹੈ ਕਿ ਦੱਸੋ ਕੀ ਕੀਤਾ ਤੁਸੀਂ, 5 ਸਾਲਾਂ 'ਚ ਨਜ਼ਰ ਨਹੀਂ ਕਦੇ ਆਏ। ਪਰ ਫਿਰ ਵੀ ਇਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਤੇ ਹੁਣ ਅਗਲਾ ਕੰਮ ਟਿਕਟਾਂ ਹਾਈ ਕਮਾਂਡ ਨੇ ਦੇਣੀਆਂ ਸੀ। ਅਗਲਾ ਕੰਮ ਵੋਟਰਾਂ ਦਾ ਸੋਚ ਵਿਚਾਰ ਕੇ ਸੰਭਲ ਕੇ। ਤੇ ਹੁਣ ਕਾਂਗਰਸ ਦੇ ਵਿੱਚ ਪਹਿਲਾਂ ਤਾਂ ਇਸ ਗੱਲ ਕਰਕੇ ਬਗਾਵਤ ਹੈ ਕਿ ਚਿਹਰਾ ਕੌਣ ਹੋਵੇ, ਦੂਸਰੀ ਇਸ ਗੱਲ ਕਰਕੇ 18 ਸੀਟਾਂ ਤੇ ਬਗਾਵਤ ਹੈ ਕਿ ਸਾਨੂੰ ਟਿਕਟ ਨਹੀਂ ਦਿੱਤੀ ਗਈ। ਦਮਨਥਿੰਦ ਬਾਜਵਾ ਦੀ ਗੱਲ ਕਰੀਏ, ਬਿੱਟੀ ਦੀ ਗੱਲ ਕਰੀਏ, ਸਤਕਾਰ ਕੌਰ ਗਹਿਰੀ ਦੀ ਗੱਲ ਕਰੀਏ, ਗਹਿਰੇ ਸਦਮੇ 'ਚ ਨੇ ਤੇ ਹੋਰ ਵੀ ਬਹੁਤ ਸਾਰੇ ਆ। ਕਈ ਕਹਿੰਦੇ ਸੀ ਇੱਕ ਤੋਂ ਵੱਧ ਸਾਨੂੰ ਟਿਕਟਾਂ ਨਹੀਂ ਦਿੱਤੀਆਂ। ਪਰ ਆਹ ਹੁਣ ਹੋਰ ਨਵੀਆਂ ਖਬਰਾਂ ਮਿਲ ਰਹੀਆਂ ਨੇ। ਕਾਂਗਰਸ ਦੇ ਸੰਸਦ ਮੈਂਬਰ ਨੇ ਰਵਨੀਤ ਬਿੱਟੂ, ਉਹਨਾਂ ਦੇ ਮਾਮੇ ਅਤੇ ਮਾਛੀਵਾੜਾ ਦਾ ਇੱਕ ਵੱਡਾ ਕਾਂਗਰਸੀ ਧੜਾ ਕਾਂਗਰਸ ਪਾਰਟੀ ਤੋਂ ਬਾਗੀ ਹੋ ਗਿਆ ਤੇ ਉਹਨਾਂ ਨੇ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਮੈਂਬਰ ਹੋਣ ਦੇ ਬਾਵਜੂਦ ਕਾਂਗਰਸ ਦਾ ਵੱਡਾ ਧੜਾ, ਕਾਂਗਰਸ ਦੇ ਨਾਲ ਹਮਾਇਤ ਰੱਖਣ ਵਾਲਾ ਉਹ ਕਿਸਾਨ ਆਗੂ ਨੇ ਬਲਵੀਰ ਸਿੰਘ ਰਾਜੇਵਾਲ, ਸੰਯੁਕਤ ਸਮਾਜ ਮੋਰਚਾ ਵਾਲੇ ਪਾਸਿਓਂ ਚੋਣ ਲੜ ਰਹੇ ਨੇ, ਉਹਨਾਂ ਨੂੰ ਆਪਣੀ ਭਰਵੀਂ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਰਵਨੀਤ ਬਿੱਟੂ ਦੇ ਮਾਮਾ ਜੀ ਦਾ ਨਾਮ ਹੈ ਤਜਿੰਦਰ ਸਿੰਘ ਕੂਨਰ, ਮਾਛੀਵਾੜਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ। ਉਹਨਾਂ ਨੇ ਦਾਣਾ ਮੰਡੀ ਦੇ ਵਿੱਚ ਕਾਂਗਰਸ ਦੇ ਹੋਰ ਵੱਖ-ਵੱਖ ਆਗੂਆਂ ਦੇ ਸਮੇਤ, ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਦੇ ਸਮੇਤ ਜਿਹੜੇ ਆੜਤ ਦਾ ਕੰਮ ਕਰਦੇ ਆ, ਉਹਨਾਂ ਨੂੰ ਇਕੱਠੇ ਕਰਕੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਨੂੰ ਜਿਤਾਉਣ ਦਾ ਪ੍ਰਣ ਕੀਤਾ। ਬਾਅਦ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਆਖਿਆ, ਤੇ ਕੁਝ ਟਰਾਂਸਪੋਰਟਰ ਵੀ ਉੱਥੇ ਆਏ ਹੋਏ ਸੀ, ਉਹ ਕਹਿੰਦੇ ਤਿੰਨੇ ਖੇਤੀ ਦੇ ਕਾਨੂੰਨ ਜਿਹੜੇ ਕਹਿੰਦੀ ਸੀ ਸੁਧਾਰ ਕਾਨੂੰਨ ਨੇ ਕੇਂਦਰ, ਜੇ ਬਲਵੀਰ ਸਿੰਘ ਰਾਜੇਵਾਲ ਤੇ ਹੋਰ ਕਿਸਾਨ ਆਗੂ ਹਿਆ ਨਾ ਕਰਦੇ, ਅੜ ਕੇ ਤੇ ਡਟ ਕੇ ਨਾ ਬਹਿੰਦੇ, ਤਾਂ ਆੜਤੀਆਂ ਦਾ ਕਾਰੋਬਾਰ ਵੀ ਠੱਪ ਹੋ ਜਾਣਾ ਸੀ, ਕਿਉਂਕਿ ਸਰਕਾਰ ਸਾਨੂੰ ਵਿਚੋਲੇ ਦੱਸਦੀ ਸੀ ਤੇ ਆਹ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੇ ਸਾਡੀਆਂ ਲੈ ਕੇ ਚਲੀਆਂ ਜਾਣੀਆਂ ਸੀ। ਇਹ ਜਿਗਰੇ ਵਾਲੇ ਕਿਸਾਨ ਜਿਹੜੇ ਸੰਘਰਸ਼ ਜਿੱਤ ਕੇ ਵਾਪਸ ਮੁੜੇ ਆ
ਤੇ ਪੰਜਾਬ ਨੂੰ ਤਬਾਹੀ ਦੇ ਕਿਨਾਰੇ ਤੇ ਲਿਜਾਣ ਵਾਲੇ ਲੋਕਾਂ ਦੇ ਖਿਲਾਫ ਖੜੇ ਹੈ। ਇਸ ਕਰਕੇ ਕਹਿੰਦੇ ਅਸੀਂ ਮਾਛੀਵਾੜੇ ਦੇ ਸਾਰੇ ਆੜਤੀਏ, ਬਹੁ ਗਿਣਤੀ ਆੜਤੀਏ, ਉਹ ਵੱਖੋ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਵੀ ਹੈ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਜੇਵਾਲ ਦਾ ਸਮਰਥਨ ਕਰਨ ਦਾ ਫੈਸਲਾ ਕਰ ਲਿਆ। ਉਹਨਾਂ ਨੂੰ ਇਹ ਪੁੱਛ ਲਿਆ ਗਿਆ ਕਿ ਭਾਈ ਤੁਸੀਂ ਤਾਂ ਰਵਨੀਤ ਬਿੱਟੂ ਦੇ ਮਾਮਾ ਜੀ ਹੋ, ਤੁਹਾਡੇ ਵਿੱਚੋਂ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਹੈ, ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਹੈ? ਜੇ ਪਾਰਟੀ ਨੇ ਕਾਰਵਾਈ ਕਰ ਦਿੱਤੀ, ਤੁਸੀਂ ਕਾਂਗਰਸੀ ਹੋ, ਕਾਂਗਰਸ ਚੋਂ ਕੱਢ ਦਿੱਤਾ, ਉਹ ਕਹਿੰਦੇ ਬੇਸ਼ੱਕ ਹਾਈ ਕਮਾਂਡ ਸਾਨੂੰ ਪਾਰਟੀ ਚੋਂ ਕੱਢ ਦੇਵੇ, ਪਰ ਅਸੀਂ ਰਾਜੇਵਾਲ ਦੀ ਹਮਾਇਤ 'ਚ ਡਟੇ ਰਹਿਣਾ ਹੈ। ਹੁਣ ਤੁਸੀਂ ਦੇਖੋ, ਆਹ ਜਿਹੜੀ ਗੱਲ ਹੈ, ਇਹ ਸ਼ਾਇਦ ਕਿਸਾਨੀ ਸੰਘਰਸ਼ ਨੇ ਸਾਨੂੰ ਕੁਝ ਨਵੀਂ ਸੇਧ ਦਿੱਤੀ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠੀਏ। ਇਹ ਜ਼ਰੂਰੀ ਨਹੀਂ ਕਿ ਅੱਜ ਤੱਕ ਤੁਸੀਂ ਅਕਾਲੀਆਂ ਨੂੰ ਵੋਟ ਪਾਉਂਦੇ ਆਇਓ, ਤੁਹਾਨੂੰ ਕਾਂਗਰਸ ਦੇ ਉਮੀਦਵਾਰ ਦੇ ਕੰਮ ਚੱਕੇ ਲਈ ਕਾਂਗਰਸ ਦੇ ਹੱਕ 'ਚ ਭੁਗਤ ਜਾਓ। ਤੁਸੀਂ ਕਾਂਗਰਸੀ ਪੱਕੇ ਸੀ, ਤੁਹਾਨੂੰ ਅਕਾਲੀਆਂ ਦੇ ਕੰਮ ਚੰਗੇ ਲੱਗੇ, ਅਕਾਲੀਆਂ ਦੇ ਹੱਕ 'ਚ ਭੁਗਤ ਜਾਓ। ਤੁਹਾਨੂੰ ਦੋਵਾਂ ਦੇ ਕੰਮ ਚੰਗੇ ਨਹੀਂ ਲੱਗੇ, ਆਪ ਵਾਲਿਆਂ ਦਾ ਵਤੀਰਾ ਠੀਕ ਲੱਗਿਆ, ਆਪ ਦੇ ਹੱਕ 'ਚ ਭੁਗਤ ਜਾਓ। ਇਹਨਾਂ ਦਾ ਨਹੀਂ ਚੰਗਾ ਲੱਗਿਆ ਸੰਯੁਕਤ ਸਮਾਜ ਮੋਰਚਾ, ਇਹਨਾਂ ਦਾ ਨਹੀਂ ਚੰਗਾ ਲੱਗਿਆ ਭਾਜਪਾ। ਕਹਿਣ ਦਾ ਭਾਵ ਆ ਕੱਟੜਤਾ ਛੱਡ ਦਿਓ, ਪਾਰਟੀਬਾਜ਼ੀ ਤੋਂ ਉੱਪਰ ਉੱਠ ਖੜੋ। ਜਿਹੜਾ ਤੁਹਾਨੂੰ ਲੱਗਦਾ ਕਿ ਚੰਗਾ ਹੈ ਪੰਜਾਬ ਲਈ, ਭਵਿੱਖ ਲਈ, ਉਹਦੇ ਹੱਕ 'ਚ ਭੁਗਤ ਜਾਓ। ਹੁਣ ਚੰਨੀ ਤੇ ਸਿੱਧੂ ਦੀ ਖਹਿਬਾਜ਼ੀ ਹੈ, ਲੁਕੀ ਛਿਪੀ ਕੋਈ ਨਹੀਂ। ਇਹਦੇ ਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਨਵਾਂ ਦਾ ਖੇਡ ਦਿੱਤਾ, ਇੱਕ ਨਵਾਂ ਪੈਂਤੜਾ ਹੈ। ਕਿਉਂਕਿ ਪੰਜਾਬ ਕਾਂਗਰਸ ਦੇ ਵਿਚਕਾਰ ਜਿਹੜੀ ਖਿੱਚੋਤਣ ਚੱਲਦੀ ਹੈ, ਕਿਸ ਤੋਂ ਲੁਕੀ ਛਿਪੀ ਨਹੀਂ। ਕਿਤੇ ਖਹਿਰੇ ਤੇ ਰਾਣੇ ਦੀ ਹੈ, ਕਿਤੇ ਰੰਧਾਵੇ ਤੇ ਸਿੱਧੂ ਦੀ ਹੈ, ਕਿਤੇ ਸਿੱਧੂ ਤੇ ਚੰਨੀ ਦੀ ਹੈ, ਕਿਤੇ ਦੁੱਲੋ ਤੇ ਕੈਪਟਨ ਦੀ ਹੁੰਦੀ ਸੀ, ਕਿਤੇ ਕੈਪਟਨ ਤੇ ਭੱਠਲ ਦੀ, ਕਿਤੇ ਕੈਪਟਨ ਤੇ ਬਾਜਵੇ ਦੀ। ਕਹਿਣ ਦਾ ਭਾਵ ਇਹ ਲੁਕੀਆਂ ਛਿਪੀਆਂ ਨਹੀਂ। ਚਿਹਰੇ ਕਈ ਵਾਰੀ ਬਦਲਦੇ ਆ, ਕੋਈ ਕਾਂਗਰਸ ਛੱਡ ਜਾਂਦਾ, ਕੋਈ ਆ ਜਾਂਦਾ ਹੈ, ਕਿਉਂਕਿ ਕੈਪਟਨ ਛੱਡ ਗਿਆ, ਸਿੱਧੂ ਆ ਗਿਆ ਸੀ। ਇਹ ਚੱਲਦਾ ਰਹਿੰਦਾ ਹੈ, ਕਿਸੇ ਨੂੰ ਕਿਸੇ ਤਰੀਕੇ ਨਾਲ ਚੱਲਦਾ ਰਹਿੰਦਾ ਤੇ ਧੁਖਦਾ ਰਹਿੰਦਾ ਹੈ। ਚੰਨੀ ਤੇ ਸਿੱਧੂ ਦੀ ਖਹਿਬਾਜ਼ੀ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਚੰਗੇ ਤਰੀਕੇ ਨਾਲ ਨਜ਼ਰ ਟਿਕਾ ਕੇ ਅੱਖ ਰੱਖ ਕੇ ਬੈਠੀ ਹੈ। ਚੰਨੀ ਤੇ ਸਿੱਧੂ ਦੀ ਸਿਆਸੀ ਸ਼ਰੀਕੇਬਾਜ਼ੀ ਦੇ ਵਿੱਚੋਂ ਆਪਣਾ ਦਾ ਲਾਉਣਾ ਚਾਹੁੰਦੀ ਹੈ ਭਾਜਪਾ। ਹੁਣ ਸਿੱਧੂ ਆਖ ਚੁੱਕਿਆ ਹੈ ਕਿ ਵਿਰੋਧੀ ਘਟੀਆ ਰਾਜਨੀਤੀ ਤੇ ਉਤਰ ਆਏ ਹੈ। ਸਿੱਧੂ ਇਹ ਵੀ ਆਖ ਚੁੱਕਿਆ ਕਿ ਕਾਂਗਰਸ ਪਾਰਟੀ ਆਪਣਾ ਸੀਐਮ ਦਾ ਚਿਹਰਾ ਐਲਾਨੇ। ਚਰਨਜੀਤ ਸਿੰਘ ਚੰਨੀ ਵੀ ਆਖ ਚੁੱਕਿਆ ਕਿ ਸੀਐਮ ਦਾ ਚਿਹਰਾ ਐਲਾਨਿਆ ਜਾਵੇ। ਰਾਹੁਲ ਗਾਂਧੀ ਵੀ ਆਖ ਚੁੱਕਿਆ ਕਿ ਭਾਈ ਜੇ ਮੰਗ ਹੈ ਤਾਂ ਐਲਾਨ ਦਿੰਦੇ ਆ, ਜਲਦ ਐਲਾਨ ਦੇਵਾਂਗੇ। ਪਰ ਬੀਤੇ ਦਿਨੀ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਸਿੱਧੂ ਦੇ ਖਿਲਾਫ ਘੇਰਾਬੰਦੀ, ਪੈਂਤੜੇਬਾਜ਼ੀ ਕਿਵੇਂ ਹੈ, ਸਾਰੀਆਂ ਪਾਰਟੀਆਂ ਕਿਵੇਂ ਘੇਰ ਰਹੀਆਂ ਨੇ। ਬਿਕਰਮ ਸਿੰਘ ਮਜੀਠੀਆ ਨੇ ਆਪਣੇ ਕਾਗਜ਼ ਦਾਖਲ ਕੀਤੇ ਸੀ। ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਜੇ ਸਿੱਧੂ ਚਾਹੁੰਦਾ ਹੈ, ਉਹਨਾਂ ਦੀ ਇਹ ਇੱਛਾ ਵੀ ਪੂਰੀ ਕਰ ਦੂੰ ਕਿ ਇੱਕੋ ਹੀ ਸੀਟ ਤੋਂ ਚੋਣ ਲੜੀ ਜਾਵੇ। ਹੁਣ ਇਸ ਸਿਆਸੀ ਲੜਾਈ ਨੂੰ ਕਾਫੀ ਦਿਲਚਸਪੀ ਦੇ ਨਾਲ ਸਾਰੇ ਲੋਕ ਦੇਖ ਰਹੇ ਨੇ, ਜਾਂ ਇਹ ਆਖ ਸਕਦੇ ਹਾਂ ਕਿ ਇਹ ਸਿਆਸੀ ਲੜਾਈ ਦਿਲਚਸਪ ਹੋ ਚੁੱਕੀ ਹੈ। ਭਾਜਪਾ ਨੇ ਇਸ ਹਲਕੇ ਤੋਂ ਜਨਰਲ ਹਲਕਾ ਹੈ, ਜਨਰਲ ਹੋਣ ਦੇ ਬਾਵਜੂਦ ਇੱਕ ਦਲਿਤ ਚਿਹਰੇ ਨੂੰ ਲਿਆਂਦਾ ਹੈ, ਡਾਕਟਰ ਜਗਮੋਹਨ ਸਿੰਘ ਰਾਜੂ। ਉਹ ਉਮੀਦਵਾਰ ਐਲਾਨ ਦਿੱਤੇ ਨੇ। ਇਹਦੀ ਕੋਈ ਨਾ ਕੋਈ ਤਾਂ ਵਜ੍ਹਾ ਹੋਣੀ ਹੈ ਨਾ, ਕੋਈ ਖਾਸ ਵਜ੍ਹਾ ਹੋਣੀ ਹੈ। ਦੱਸਣਾ ਬਣਦਾ ਕਿ ਭਾਜਪਾ ਨੇ ਡਾਕਟਰ ਜਗਮੋਹਨ ਸਿੰਘ ਰਾਜੂ ਨੂੰ ਰਾਤੋਂ ਰਾਤ ਸਰਕਾਰੀ ਨੌਕਰੀ ਤੋਂ ਅਸਤੀਫਾ ਦਵਾਇਆ। ਉਹ IAS ਅਫਸਰ ਸਨ, ਚੋਣ ਮੈਦਾਨ ਵਿੱਚ ਹੀ ਉਤਾਰਤਾ। ਉਧਰ ਅਸਤੀਫਾ ਪ੍ਰਵਾਨ ਤੇ ਇਧਰ ਸੂਚੀ ਜਾਰੀ। ਡਾਕਟਰ ਰਾਜੂ ਤਾਮਿਲਨਾਡੂ ਦੇ ਵਿੱਚ ਵਧੀਕ ਮੁੱਖ ਸਕੱਤਰ ਦੇ ਅਹੁਦੇ ਤੇ। ਸੂਤਰ ਦੱਸਦੇ ਹੈ ਕਿ ਭਾਜਪਾ ਸਮਝ ਰਹੀ ਹੈ ਕਿ ਬਿਕਰਮ ਮਜੀਠੀਆ ਨੂੰ ਸ਼ਹਿਰੀ ਵੋਟ ਨਹੀਂ ਪੈਣੀ। ਚੰਨੀ ਤੇ ਸਿੱਧੂ ਦੀ ਅੰਦਰੋਂ ਅੰਦਰ ਹੀ ਅਣਬਣ ਹੈ। ਇਸ ਹਲਕੇ ਦੇ ਵਿੱਚ ਦਲਿਤ ਵੋਟ ਇੱਕ ਇਸ਼ਾਰੇ ਤੇ ਭਾਜਪਾ ਦੇ ਦਲਿਤ ਉਮੀਦਵਾਰ ਰਾਜੂ ਨੂੰ ਭੁਗਤ ਸਕਦੀ ਹੈ। ਭਾਵੇਂ ਭਾਜਪਾ ਦੀ ਗਿਣਤੀ ਮਿਣਤੀ ਸਿਰੇ ਨਾ ਚੜ ਸਕੇ, ਪਰ ਚੰਨੀ ਦਾ ਅੰਦਰ ਖਾਤੇ ਇੱਕ ਇਸ਼ਾਰਾ ਸਿੱਧੂ ਤੇ ਭਾਰਾ ਜ਼ਰੂਰ ਪੈ ਸਕਦਾ ਹੈ। ਜੇਕਰ ਪੰਜਾਬ ਦੀ ਸਿਆਸਤ ਤੇ ਨਜ਼ਰ ਮਾਰੀਏ ਤਾਂ ਅੱਜ ਤੱਕ ਬਹੁਤ ਘੱਟ ਹੋਇਆ ਹੈ ਕਿ ਕਿਸੇ ਜਨਰਲ ਸੀਟ ਤੋਂ ਕਿਸੇ ਦਲਿਤ ਵਰਗ ਦੇ ਵਿਅਕਤੀ ਨੂੰ ਉਮੀਦਵਾਰ ਬਣਾਇਆ ਗਿਆ ਹੋਵੇ। ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਵਕਤ ਸਿੱਧੂ ਦੇ ਖਿਲਾਫ ਸਿਆਸੀ ਘੇਰਾਬੰਦੀ ਲਗਾਤਾਰ ਕੀਤੀ ਜਾ ਰਹੀ ਹੈ, ਵਧਾਈ ਜਾ ਰਹੀ ਹੈ, ਉਹਨੂੰ ਟਾਈਟ ਕੀਤਾ ਜਾ ਰਿਹਾ ਹੈ, ਜਿਸ ਕਰਕੇ ਹੋ ਸਕਦਾ ਹੈ ਸਿੱਧੂ ਨੂੰ ਬਹੁਤਾ ਸਮਾਂ ਆਪਣੇ ਹਲਕੇ ਵਿੱਚ ਦੇਣਾ ਪਵੇ। ਕਿਉਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖ ਚੁੱਕੇ ਨੇ ਕਿ ਸਿੱਧੂ ਨੂੰ ਉਹ ਜਿੱਤਣ ਨਹੀਂ ਦੇਣਗੇ, ਹਰਾਉਣ ਵਾਸਤੇ ਕਿਸੇ ਤਕੜੇ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਨਗੇ। ਭਾਜਪਾ ਨਾਲ ਉਹਨਾਂ ਦਾ ਸਮਝੌਤਾ ਹੋ ਚੁੱਕਿਆ ਹੈ। ਕੀ ਆ ਰਾਜੂ ਸੱਚਮੁੱਚ ਬਹੁਤ ਤਕੜੇ ਉਮੀਦਵਾਰ ਨੇ? ਉਹਨਾਂ ਦੀ ਤਾਂ ਸਿਆਸਤ ਦੇ ਵਿੱਚ ਕੋਈ ਪਹਿਚਾਣ ਨਹੀਂ, ਕੋਈ ਜਾਣ ਨਹੀਂ। ਤਕੜੇ ਉਮੀਦਵਾਰ ਇਹ ਹੋ ਸਕਦਾ ਕਿ ਚਾਚੇ ਭਤੀਜੇ ਨੇ ਰਲ ਕੇ ਦਾ ਖੇਡ ਲਿਆ ਹੋਵੇ, ਕਿਉਂਕਿ ਦੋਸ਼ ਵੀ ਲੱਗਦੇ ਰਹੇ ਨੇ ਕਿ ਚਾਚਾ ਭਤੀਜਾ ਰਲ ਕੇ ਖੇਡ ਰਹੇ ਨੇ। 25-75 ਦੀਆਂ ਗੱਲਾਂ ਅਕਸਰ ਉਤਰਦੀਆਂ ਰਹੀਆਂ ਨੇ।
ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਕਿਤੇ ਮਜੀਠੀਆ ਸਾਹਿਬ ਉਹਨਾਂ ਦੇ ਆਖੇ ਲੱਗ ਕੇ ਤਾਂ ਨਹੀਂ ਘੇਰ ਰਹੇ। ਤੇ ਦੂਜੀ ਗੱਲ ਇਹ ਵੀ ਹੈ ਕਿ ਦਲਿਤ ਵੋਟ ਬੈਂਕ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੀ ਚਰਨਜੀਤ ਸਿੰਘ ਚੰਨੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੀ ਤੇ ਨਾਲ ਦੂਸਰੇ ਪਾਸੇ ਜੱਟ ਸਿੱਖ ਵੋਟ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਅੱਖੋਂ ਪਰੋਖੇ ਵੀ ਕਰਨ ਦਾ ਉਹ ਜ਼ੋਖਮ ਨਹੀਂ ਉਠਾ ਸਕਦੀ। ਪਰ ਹੁਣ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਘੇਰਾਬੰਦੀ ਕੀਤੀ ਜਾ ਸਕਦੀ ਹੈ, ਅੱਜ ਤੱਕ ਸਿੱਧੂ ਨੇ ਇਹ ਗੱਲ ਪਹਿਲਾਂ ਕਦੇ ਨਹੀਂ ਸੀ ਮੰਨੀ। ਬੀਤੇ ਦਿਨੀ ਹੁਣ ਉਹਨਾਂ ਨੂੰ ਇਹ ਕਹਿਣਾ ਪੈ ਗਿਆ ਕਿ ਜੇ ਹਾਰਿਆ ਤਾਂ ਈਵੀਐਮ ਮਸ਼ੀਨਾਂ ਹਰਾ ਸਕਦੀਆਂ ਨੇ, ਅਦਰਵਾਈਜ਼ ਸਿੱਧੂ ਨਹੀਂ ਹਾਰਦਾ। ਉਹਨੇ ਇੱਥੋਂ ਤੱਕ ਵੀ ਆਖ ਦਿੱਤਾ ਹੈ ਕਿ ਜੇਕਰ ਮੇਰੇ ਸਮਰਥਕਾਂ ਦੇ ਨਾਲ ਕਿਸੇ ਨੇ ਨਜਾਇਜ਼ ਕਰਨ ਦੀ ਕੋਸ਼ਿਸ਼ ਕੀਤੀ, ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੈਂ ਧਰਤੀ 'ਚ ਗੱਡ ਕੇ ਰੱਖ ਦਿਆਂਗਾ। ਹਾਲਾਂਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ। ਮੁੱਦਿਆਂ ਦੇ ਆਧਾਰਿਤ ਗੱਲਬਾਤ ਹੋਣੀ ਚਾਹੀਦੀ ਹੈ, ਲੋਕਾਂ ਨੂੰ ਸੁਣਨੀ ਵੀ ਚੰਗੀ ਲੱਗੇ ਤੇ ਲੋਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਆਪਣਾ ਮਨ ਬਣਾਉਣਾ ਵੀ ਸੁਖਾਲਾ ਲੱਗੇ। ਕਦੇ ਪਰ ਸਿੱਧੂ ਵੀ ਕਦੇ ਉਹਨਾਂ ਨੂੰ ਢਾਂਗਾ ਕਹਿੰਦੇ ਆ, ਕਦੇ ਲੰਬੂ ਕਹਿੰਦੇ ਆ ਤੇ ਉਹ ਵੀ ਠੋਕੋ ਤਾਲੀ ਕਹਿੰਦੇ ਆ। ਦੋਵੇਂ ਪਾਸਿਆਂ ਤੋਂ ਘੱਟ ਕੋਈ ਨਹੀਂ ਕਰ ਰਿਹਾ। ਪਰ ਭਾਜਪਾ ਦਾ ਪੈਂਤੜਾ ਹੈ ਕਿ ਸ਼ਾਇਦ ਜਿਹੜੀ ਦਲਿਤ ਵੋਟ ਹੈ, ਜੇਕਰ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਐਲਾਨ ਦਿੱਤਾ ਤਾਂ ਫਿਰ ਚਰਨਜੀਤ ਸਿੰਘ ਚੰਨੀ ਹੋ ਸਕਦਾ ਅੰਦਰ ਖਾਤੇ ਇਸ਼ਾਰਾ ਕਰ ਦੇਣ ਕਿ ਇੱਕ ਦਲਿਤ ਚਿਹਰੇ ਨਾਲ ਸ਼ਰੇਆਮ ਧੱਕਾ ਹੋਇਆ ਤੇ ਕੁਝ ਨਾ ਕੁਝ ਸਿੱਧੂ ਦੀ ਵੋਟ ਬੈਂਕ ਜਿਹੜੀ ਕਾਂਗਰਸ ਦੀ ਵੀ ਹੈ ਭਾਵੇਂ ਉਹਦੇ 'ਚ ਕੱਟ ਲੱਗ ਜੇ। ਤੇ ਹੁਣੀ ਜ਼ਿਕਰ ਕਰ ਰਹੇ ਸੀ ਕਿ ਭਾਈ ਜੇ ਕਹਿੰਦੇ ਹੋ, ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਤੁਹਾਡੀ ਅਸੀਂ ਤਮੰਨਾ ਪੂਰੀ ਕਰ ਦਿਆਂਗੇ। ਬਿਕਰਮ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਵਾਲੇ ਆਪਣੇ ਮਾਝੇ ਦਾ ਜਰਨੈਲ ਕਹਿੰਦੇ ਨੇ ਤੇ ਉਹਨਾਂ ਦਾ ਜੇਤੂ ਹਲਕਾ ਮਜੀਠਾ। ਖਬਰ ਮਿਲ ਰਹੀ ਹੈ ਕਿ ਉਹਨਾਂ ਨੇ ਇਹ ਹਲਕਾ ਛੱਡਣ ਦਾ ਫੈਸਲਾ ਕਰ ਲਿਆ। ਉਹਨਾਂ ਦੀ ਕਵਰਿੰਗ ਉਮੀਦਵਾਰ ਸੀ ਉਹਨਾਂ ਦੀ ਘਰਵਾਲੀ, ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਧਰਮ ਪਤਨੀ ਗਨੀਵ ਮਜੀਠੀਆ ਬਿਕਰਮ ਮਜੀਠੀਆ ਦੀ ਕਵਰਿੰਗ ਕੈਂਡੀਡੇਟ ਸੀ। ਖਬਰ ਮਿਲ ਰਹੀ ਹੈ ਕਿ ਹੁਣ ਮਜੀਠਾ ਜਿਹੜਾ ਬਿਕਰਮ ਮਜੀਠੀਆ ਦਾ ਜੇਤੂ ਹਲਕਾ ਸੀ, ਉੱਥੋਂ ਗਨੀਵ ਮਜੀਠੀਆ ਚੋਣ ਮੈਦਾਨ ਵਿੱਚ ਰਹਿਣਗੇ ਅਤੇ ਬਿਕਰਮ ਸਿੰਘ ਮਜੀਠੀਆ ਆਪਣੇ ਜੇਤੂ ਹਲਕੇ ਨੂੰ ਛੱਡ ਨਵਜੋਤ ਸਿੰਘ ਸਿੱਧੂ ਦੀ ਚੁਣੌਤੀ ਨੂੰ ਕਬੂਲਦਿਆਂ ਅੰਮ੍ਰਿਤਸਰ ਪੂਰਬੀ ਤੋਂ ਚੋਣ ਮੈਦਾਨ ਵਿੱਚ ਰਹਿ ਜਾਣਗੇ। ਹੁਣ ਦਰਅਸਲ ਅੰਮ੍ਰਿਤਸਰ ਪੂਰਬੀ ਪੰਜਾਬ ਦੀ ਸਭ ਤੋਂ ਅਹਿਮ ਅਤੇ ਹੌਟ ਸੀਟ ਬਣ ਕੇ ਉੱਭਰ ਚੁੱਕੀ ਹੈ, ਕਿਉਂਕਿ ਇੱਥੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣ ਲੜ ਰਹੇ ਨੇ। ਹੁਣ ਇਹ ਰੱਬ ਜਾਣਦਾ ਕਿ ਸਿੱਧੂ ਜਿੱਤਦੇ ਆ ਜਾਂ ਸਿੱਧੂ ਹਾਰਦੇ ਆ, ਕੀ ਬਿਕਰਮ ਮਜੀਠੀਆ ਜਿੱਤਦੇ ਆ ਜਾਂ ਹਾਰਦੇ ਆ। ਕਿਤੇ ਦੋਵੇਂ ਨਾਲ ਧੜਮ ਕਰਕੇ ਡਿੱਗ ਪੈਣ। ਹੋ ਸਕਦਾ ਹੈ ਭਾਜਪਾ ਵਾਲੇ ਦਾਲ ਆ ਜਾਣ, ਹੋ ਸਕਦਾ ਆਮ ਆਦਮੀ ਪਾਰਟੀ ਦੀ ਜੀਵਨਜੋਤ ਕੌਰ ਦਾਲ ਆ ਜੇ। ਪਰ ਵੇਖਣਾ ਹੋਏਗਾ ਕਿ ਅੱਜ ਤੱਕ ਦੇ ਦੋਵੇਂ ਜੇਤੂ ਉਮੀਦਵਾਰ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਪਿੱਠ ਲੱਗਦੀ ਕਿਹਦੀ ਹੈ। ਦੋਵਾਂ ਚੋਂ ਇੱਕ ਦਾ ਹਾਰਨਾ ਤੈਅ ਹੈ। ਪਰ ਦੇਖਦੇ ਹਾਂ, ਮਜੀਠੀਆ ਨੇ ਆਖਿਆ ਕਿ ਸਿੱਧੂ ਦਾ ਭੁਲੇਖਾ ਦੂਰ ਕਰਾਂਗੇ। ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਕਾਂਗਰਸ ਦੇ ਕੁਝ ਸੀਨੀਅਰ ਅਤੇ ਪੁਰਾਣੇ ਆਗੂ ਸਿੱਧੂ ਨੂੰ ਹਰਾਉਣਾ ਚਾਹੁੰਦੇ ਆ, ਚੰਨੀ ਨੂੰ ਬਚਾਉਣਾ ਚਾਹੁੰਦੇ ਆ, ਜਿਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਚਾਰ ਚਫੇਰਿਓਂ ਰਲ ਕੇ ਸਾਰੀਆਂ ਧਿਰਾਂ ਇਸ ਵਕਤ ਘੇਰਾਬੰਦੀ ਕਰ ਰਹੀਆਂ ਨੇ, ਜਿਸ ਕਰਕੇ ਸਿੱਧੂ ਦੀਆਂ ਸਮੱਸਿਆਵਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧ ਜਾਣ ਦੀ ਸੰਭਾਵਨਾ ਹੈ। ਤੇ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ, ਉਹਨਾਂ ਨੂੰ ਸੱਚਮੁੱਚ ਹਾਈ ਕਮਾਂਡ ਵੀ ਬਚਾਉਣਾ ਚਾਹੁੰਦੀ ਹੈ। 2 ਸੀਟਾਂ ਤੋਂ ਚੋਣ ਲੜ ਰਹੇ ਨੇ। ਕਾਂਗਰਸ ਦੀ ਕੱਲ ਆਖਰੀ ਸੂਚੀ ਸਾਹਮਣੇ ਆਈ, ਉਹਦੇ ਤੋਂ ਇਹ ਗੱਲ ਸਾਫ਼ ਹੋ ਗਈ ਕਿ ਚਰਨਜੀਤ ਸਿੰਘ ਚੰਨੀ ਹਲਕਾ ਭਦੌੜ ਤੋਂ ਵੀ ਹੁਣ ਚੋਣ ਮੈਦਾਨ 'ਚ ਨੇ। ਹਾਲਾਂਕਿ ਆਪਣੇ ਜੱਦੀ ਹਲਕੇ ਸ਼੍ਰੀ ਚਮਕੌਰ ਸਾਹਿਬ ਤੋਂ ਉਹ ਚੋਣ ਪ੍ਰਚਾਰ ਆਰੰਭ ਚੁੱਕੇ ਨੇ, ਮੈਦਾਨ ਵਿੱਚ ਉਤਾਰੇ ਜਾ ਚੁੱਕੇ ਨੇ। ਚੰਨੀ ਦੇ ਭਦੌੜ ਹਲਕੇ ਤੋਂ ਚੋਣ ਲੜਨ ਦੇ ਫੈਸਲੇ ਦੀ ਜਿਹੜੀ ਨਵੀਂ ਚਰਚਾ ਛੇੜੀ ਹੈ, ਉਹਦੇ ਅਨੁਸਾਰ ਚੰਨੀ ਅੰਦਰੋਂ ਸਮਝਦੇ ਸੀ ਕਿ ਵਿਰੋਧੀ ਧਿਰਾਂ ਕਿਸੇ ਪੜਾਅ ਤੇ ਇਕੱਠੀਆਂ ਹੋ ਰਹੀਆਂ ਨੇ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੋ ਰਹੀਆਂ ਨੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਤਕੜੇ ਉਮੀਦਵਾਰ ਨੂੰ ਉਤਾਰਿਆ ਵਿਰੋਧੀ ਨੇ, ਪਰ ਇਧਰਲੇ ਪਾਸੇ ਉਸ ਤਰ੍ਹਾਂ ਦਾ ਉਮੀਦਵਾਰ ਕੋਈ ਨਹੀਂ। ਪਰ ਨਵਜੋਤ ਸਿੰਘ ਸਿੱਧੂ ਜਦੋਂ ਪਿਛਲੀ ਵਾਰੀ ਜਿੱਤੇ ਸੀ, ਮਾਰਜਨ ਬਹੁਤ ਜ਼ਿਆਦਾ ਸੀ। ਚਰਨਜੀਤ ਸਿੰਘ ਚੰਨੀ ਤਕਰੀਬਨ 12,000 ਵੋਟ ਤੇ ਜਿੱਤੇ ਸੀ। ਡਾਕਟਰ ਚਰਨਜੀਤ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਹੀ ਉਮੀਦਵਾਰ ਸੀ। ਹੁਣ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਵਿਰੋਧੀ ਧਿਰਾਂ ਚਮਕੌਰ ਸਾਹਿਬ ਦੇ ਵਿੱਚ ਮੇਰੀ ਘੇਰਾਬੰਦੀ ਕਰਨਗੀਆਂ। ਸਿਆਸੀ ਤੌਰ ਤੇ ਕਹਿੰਦੇ ਆ ਕਿ ਅੰਦਰੋਂ ਅੰਦਰੀ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ। ਤੇ ਸੂਤਰ ਦੱਸਦੇ ਹੈ ਕਿ ਆਮ ਆਦਮੀ ਪਾਰਟੀ ਦੀ ਮਾਲਵਾ ਖਿੱਤੇ ਦੇ ਵਿੱਚ ਚੜ੍ਹਤ ਕਾਫੀ ਹੈ। ਇਸ ਵਕਤ ਹਵਾ ਬਣਦੀ ਜਾ ਰਹੀ ਹੈ ਪਿਛਲੀ ਵਾਰ ਵਾਂਗ, ਤੇ ਉਹਨੂੰ ਅਸਰਹੀਣ ਕਰਨ ਵਾਸਤੇ ਵੀ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਉਤਾਰਨ ਦਾ ਇਹ ਪੈਂਤੜਾ ਲਿਆ। ਹਲਕਾ ਭਦੌੜ ਤੋਂ ਇਹ ਵੀ ਪਤਾ ਲੱਗਿਆ
कि संसद मैंबर मुहम्मद सदीक अपनी लड़की वास्ते ते दूसरे पासे आम आदमी पार्टी नूं छड्ड कांग्रेस ਦੇ ਵਿੱਚ ਸ਼ਾਮਲ ਹੋਏ ਪਰਮਲ ਸਿੰਘ ਖਾਲਸਾ ਵੀ ਭੱਜ ਦੌੜ ਵਿੱਚ ਸੀ ਕਿ ਇੱਥੋਂ ਟਿਕਟ ਲਈ ਜਾ ਸਕੇ। ਕਾਂਗਰਸ ਦੀ ਸਮੁੱਚੀ ਸੂਚੀ ਤੇ ਨਜ਼ਰ ਮਾਰਿਆ ਪਤਾ ਲੱਗਦਾ ਹੈ ਕਿ ਕਾਂਗਰਸ ਨੇ ਮੌਜੂਦਾ 10 ਵਿਧਾਇਕਾਂ ਦੀ ਟਿਕਟ ਕੱਟੀ ਹੈ, ਜਦਕਿ ਕੁੱਲ 11 ਔਰਤਾਂ ਨੂੰ ਟਿਕਟ ਦਿੱਤੀ ਹੈ। ਹਾਲਾਂਕਿ ਕਹਿੰਦੇ ਸੀ ਔਰਤ ਹੂੰ ਲੜ ਸਕਤੀ ਹੂੰ, ਪਰ ਟਿਕਟਾਂ ਦੇਣ ਵਿੱਚ ਦਿਲਚਸਪੀ ਨਹੀਂ ਦਿਖਾਈ। ਆਮ ਆਦਮੀ ਪਾਰਟੀ ਚੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਵਾਲੇ 5 ਚਿਹਰਿਆਂ ਨੂੰ ਉਮੀਦਵਾਰ ਬਣਾ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ, ਜਿਨ੍ਹਾਂ ਵਿੱਚ ਫਿਰੋਜ਼ਪੁਰ ਦਿਹਾਤੀ ਤੋਂ ਆਸ਼ੂ ਬਾਂਗੜ, ਮਲੋਟ ਤੋਂ ਰੁਪਿੰਦਰ ਰੂਬੀ, ਭਲੱਥ ਤੋਂ ਸੁਖਪਾਲ ਖਹਿਰਾ, ਜਗਰਾਉਂ ਤੋਂ ਜੱਗਾ ਹਿੱਸੋਵਾਲ, ਨਕੋਦਰ ਤੋਂ ਡਾਕਟਰ ਨਵਜੋਤ ਦਾਹੀਆ ਇਹ ਸ਼ਾਮਲ ਨੇ। ਜਦੋਂ ਕਿ ਵਿਵਾਦਾਂ ਦੇ ਵਿੱਚ ਘਿਰੇ ਅੱਧੀ ਦਰਜਨ ਚਿਹਰਿਆਂ ਦੀ ਕਾਂਗਰਸ ਨੇ ਟਿਕਟ ਕੱਟੀ ਹੈ। ਹਲਕਾ ਭਦੌੜ ਤੋਂ ਚੰਨੀ ਨੂੰ ਉਮੀਦਵਾਰ ਬਣਾਏ ਜਾਣ ਤੇ ਅਰਵਿੰਦ ਕੇਜਰੀਵਾਲ ਨੇ ਵੀ ਸਿਆਸੀ ਚੁਟਕੀ ਲਈ ਹੈ। ਉਹਨਾਂ ਨੇ ਤਿੱਖਾ ਵਿਅੰਗ ਕੀਤਾ ਹੈ ਕਿ ਇਸ ਦਾ ਬੀਤੇ ਕਈ ਦਿਨ ਪਹਿਲਾਂ ਹੀ ਆਖ ਚੁੱਕੇ ਸੀ ਕਿ ਚਰਨਜੀਤ ਸਿੰਘ ਚੰਨੀ ਆਪਣੀ ਜੱਦੀ ਸੀਟ ਚਮਕੌਰ ਸਾਹਿਬ ਤੋਂ ਹਾਰ ਰਹੇ ਨੇ। ਕਹਿੰਦੇ ਉਹ ਜਿੱਤ ਨੂੰ ਹਾਰ ਦੇ ਵਿੱਚ ਬਦਲਣ ਦੇ ਵਾਸਤੇ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਹਲਕਾ ਭਦੌੜ ਤੋਂ ਹੁਣ ਉਤਾਰਨਾ ਪਿਆ। ਭਾਵੇਂ ਕਿ ਭਾਰਤ ਦਾ ਸੰਵਿਧਾਨ ਇਸ ਗੱਲ ਦੀ ਆਗਿਆ ਦਿੰਦਾ ਹੈ ਕਿ ਇੱਕ ਵਿਅਕਤੀ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਵਿਧਾਇਕ ਦੀ ਚੋਣ ਲੜ ਸਕਦਾ ਹੈ, ਵਿਧਾਇਕ ਹੋਣ ਦੇ ਬਾਵਜੂਦ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਸਕਦਾ ਹੈ, ਜਾਂ ਇੱਕ ਵਿਅਕਤੀ ਇੱਕ ਥਾਂ ਤੋਂ ਵੱਧ ਥਾਵਾਂ ਦੇ ਹਲਕਿਆਂ ਤੋਂ ਚੋਣ ਲੜ ਸਕਦਾ ਹੈ। ਪਰ ਸਵਾਲ ਇਹ ਹੈ, ਮੰਨ ਲਓ ਚਰਨਜੀਤ ਸਿੰਘ ਚੰਨੀ ਦੋਵਾਂ ਥਾਵਾਂ ਤੋਂ ਜਿੱਤ ਜਾਂਦੇ ਹੈ, ਕਿ ਉਹ ਹਲਕਾ ਚਮਕੌਰ ਸਾਹਿਬ ਨੂੰ ਰੱਖਣਗੇ ਜਾਂ ਭਦੌੜ ਨੂੰ ਰੱਖਣਗੇ? ਇੱਕ ਹਲਕੇ ਦੇ ਲੋਕਾਂ ਨੂੰ ਉਹ ਜ਼ਰੂਰ ਠੱਗ ਕੇ ਛੱਡ ਕੇ ਆਉਣਗੇ। ਹੁਣ ਜੇ ਭਦੌੜ ਦੇ ਵੋਟਰ ਜਿਹੜੇ ਚਰਨਜੀਤ ਸਿੰਘ ਚੰਨੀ ਤੇ ਵਿਸ਼ਵਾਸ ਪ੍ਰਗਟਾਉਣਗੇ ਕਿ ਉਹਨਾਂ ਨਾਲ ਠੱਗੀ ਹੋਏਗੀ ਜੇ ਉੱਥੋਂ ਅਸਤੀਫਾ ਦਿੱਤਾ, ਜਾਂ ਫਿਰ ਉਹ ਚਮਕੌਰ ਸਾਹਿਬ ਛੱਡਣਗੇ। ਹੁਣ ਚੋਣ ਪ੍ਰਕਿਰਿਆ ਤੇ ਦੁਬਾਰਾ ਫਿਰ ਲੱਖਾਂ ਕਰੋੜਾਂ ਰੁਪਈਆ ਲੱਗੂ। ਇਸ ਤਰ੍ਹਾਂ ਹਲਕਾ ਜਲਾਲਾਬਾਦ ਤੋਂ ਪਹਿਲਾਂ ਵਿਧਾਇਕ, ਫਿਰ ਮੈਂਬਰ ਪਾਰਲੀਮੈਂਟ, ਹੁਣ ਮੈਂਬਰ ਪਾਰਲੀਮੈਂਟ ਹੁੰਦਿਆਂ ਸੁਖਬੀਰ ਬਾਦਲ ਫਿਰ ਵਿਧਾਨ ਸਭਾ ਦੀ ਚੋਣ ਲੜ ਰਹੇ ਨੇ। ਜੇ ਤਾਂ ਸਰਕਾਰ ਬਣ ਗਈ ਤਾਂ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਦੇਣਗੇ, ਦੋਵੇਂ ਹੱਥੀ ਲੱਡੂ ਹੈ। ਜੇ ਸਰਕਾਰ ਨਾ ਬਣਦੀ ਦਿਖੀ ਤਾਂ ਭਾਈ ਫਿਰ ਜਲਾਲਾਬਾਦ ਵਾਲਿਆਂ ਨੂੰ ਓਕੇ ਬਾਏ ਟਾਟਾ ਕਹਿ ਦੇਣਗੇ। ਇਸ ਤਰ੍ਹਾਂ ਕਾਂਗਰਸ ਪਾਰਟੀ ਦੇ ਹੁਣ ਆਪਣੇ ਆਪ ਦੇ ਵਿੱਚ ਪਤਾ ਨਹੀਂ ਕੀ ਗੁਣਾ ਘਟਾਓ ਕਰੇ ਹੋਣਗੇ। ਪਰ ਜਦੋਂ ਆਪਾਂ ਇਹਦੀ ਉੱਤੇ ਵਿਸਥਾਰ ਦੇ ਨਾਲ ਨਜ਼ਰ ਮਾਰਦੇ ਹਾਂ, ਪੇਤਲੀ ਨਜ਼ਰ ਮਾਰਿਆ ਠੀਕ ਲੱਗਦਾ, ਬਈ ਠੀਕ ਆ ਵੀ ਦੋਵੇਂ ਥਾਵਾਂ ਤੋਂ ਜਿੱਤ ਜੂ ਚੰਨੀ, ਪਰ ਇੱਕ ਥਾਂ ਤਾਂ ਅਸਤੀਫਾ ਦੇਣਗੇ ਨਾ। ਫਿਰ ਇੱਕ ਹਲਕੇ ਦੇ ਲੋਕਾਂ ਨਾਲ ਤਾਂ ਧਰੋ ਹੋਊ। ਸ਼੍ਰੀ ਚਮਕੌਰ ਸਾਹਿਬ ਹੋ ਸਕਦਾ ਨਾ ਛੱਡਣ, ਕਿਉਂਕਿ ਉਹਨਾਂ ਦਾ ਜੱਦੀ ਹਲਕਾ ਹੈ, ਪਰ ਜਗਮੋਹਨ ਕੰਗ ਹੋਰਾਂ ਨੇ ਉਹਨਾਂ ਦੀਆਂ ਮੁਸ਼ਕਲਾਂ ਵਧਾਈਆਂ ਪਈਆਂ ਨੇ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਡਾਕਟਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਪਿਛਲੀ ਵਾਰੀ ਵੀ ਝੋਟੀਆਂ ਝੰਗਾਤੀਆਂ ਸੀ। ਪਰ ਇਧਰਲੇ ਪਾਸੇ ਮੰਨ ਲਓ ਕਿ ਦੋਵਾਂ ਥਾਵਾਂ ਤੋਂ ਜਿੱਤ ਕੇ ਕਿਹਨੂੰ ਛੱਡਣਗੇ? ਲੋਕੋ ਸਵਾਲ ਕਰਿਓ ਜਿਹੜੇ ਦੋ ਥਾਵਾਂ ਤੋਂ ਖੜੇ ਨੇ ਕਿ ਸਾਨੂੰ ਤੁਸੀਂ ਛੱਡੋਗੇ ਜਿੱਤਣ ਤੋਂ ਬਾਅਦ, ਜਾਂ ਦੂਸਰੇ ਹਲਕੇ ਵਾਲਿਆਂ ਨੂੰ ਲਿਖਾ ਕੇ ਰੱਖ ਲਿਓ। ਫਿਰ ਜੇ ਛੱਡਣਗੇ ਤਾਂ ਦੱਸਿਓ ਕਿ ਪਹਿਲਾਂ ਹੀ ਵਾਅਦਾ ਤੁਸੀਂ ਤੋੜ ਦਿੱਤਾ ਹੈ। ਠੀਕ ਆ, ਦੋ ਥਾਵਾਂ ਤੋਂ ਚੋਣ ਲੜੀ ਜਾਵੇ, ਲੜਾਈ ਜਾਵੇ, ਪਰ ਨਾਲ ਇਹ ਵੀ ਖਬਰਾਂ ਨੇ ਕਿ ਸੰਕੇਤ ਦਿੱਤਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਅਸੀਂ ਜਿਤਾਉਣਾ ਵੀ ਚਾਹੁੰਦੇ ਹਾਂ ਤੇ ਮੁੱਖ ਮੰਤਰੀ ਦਾ ਚਿਹਰਾ ਵੀ ਬਣਾਉਣਾ ਚਾਹੁੰਦੇ ਹਾਂ। ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਸੰਕੇਤ ਦੇ ਚੁੱਕੇ ਨੇ ਕਿ ਦਰਸ਼ਨੀ ਘੋੜਾ ਮੈਂ ਵੀ ਨਹੀਂ ਬਣਨਾ ਚਾਹੁੰਦਾ, ਫੈਸਲੇ ਲੈਣ ਦੀ ਤਾਕਤ ਦਿਓ। ਹੁਣ ਕਾਂਗਰਸ ਪਾਰਟੀ ਨੇ ਸਸਪੈਂਸ ਇੱਕ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਚੰਨੀ ਹੀ ਸਾਡਾ ਮੂਹਰਲੀ ਕਤਾਰ 'ਚ ਰੱਖਿਆ ਹੋਇਆ ਹੈ। ਪਰ ਦੂਸਰੇ ਪਾਸੇ ਵਿਰੋਧੀ ਧਿਰਾਂ ਜੋ ਸੰਕੇਤ ਦੇ ਰਹੀਆਂ ਨੇ ਉਹ ਇਹ ਨੇ ਕਿ ਚੰਨੀ ਨਾਲੋਂ ਸਿੱਧੂ ਤਾਕਤਵਰ ਹੈ, ਚੰਨੀ ਨਾਲੋਂ ਸਿੱਧੂ ਤੋਂ ਜ਼ਿਆਦਾ ਖਤਰਾ ਹੈ। ਉਹ ਚੰਨੀ ਦੀ ਘੇਰਾਬੰਦੀ ਕਰਨ ਦੀ ਬਜਾਏ ਨਵਜੋਤ ਸਿੰਘ ਸਿੱਧੂ ਦੀ ਘੇਰਾਬੰਦੀ ਕਰ ਰਹੇ ਨੇ। ਸੋ ਇਹ ਸਸਪੈਂਸ ਉਮੀਦ ਹੈ ਕਿ ਅੱਜ ਭਲਕੇ ਕਾਂਗਰਸ ਪਾਰਟੀ ਖਤਮ ਕਰੂ, ਪਰ ਆਹ ਵੀ ਇੱਕ ਸਸਪੈਂਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਚੰਨੀ ਨੂੰ ਹਰ ਹਾਲ ਵਿੱਚ ਜਿਤਾਉਣਾ ਚਾਹੁੰਦੇ ਆ। ਵੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਇਹ ਤਸਵੀਰ ਹੋਰ ਕਿੰਨੀ ਕਦੋਂ ਸਾਫ਼ ਹੁੰਦੀ ਹੈ। ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਕਰ ਦੇਣਾ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।